पास्ट पॉसिबिलिटी ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜ਼ਿਕਰ ਕਰਦੇ ਹਾਂ ਕੁਡ ਹੈਵ ਦੇ ਯੂਜ਼ ਦਾ। ਕੁਡ ਹੈਵ ਕਿੱਥੇ ਯੂਜ਼ ਕੀਤਾ ਜਾਂਦਾ ਹੈ? ਜਿੱਥੇ ਪਾਸਟ ਦੇ ਵਿੱਚ ਕੋਈ ਚੀਜ਼ ਹੋ ਸਕਦੀ ਸੀ ਬਟ ਉਹ ਹੋ ਨਹੀਂ ਸਕੀ। ਪਾਸਟ ਦੇ ਵਿੱਚ ਕਿਸੇ ਚੀਜ਼ ਨੂੰ ਕਰਨ ਦੀ ਸਾਡੀ ਯੋਗਤਾ ਸੀ, ਸਾਡੀ ਐਬਿਲਿਟੀ ਸੀ, ਬਟ ਅਸੀਂ ਉਸ ਨੂੰ ਕਰ ਨਹੀਂ ਸਕੇ। ਐਗਜ਼ਾਮਪਲ ਚੈੱਕ ਕਰਦੇ ਹਾਂ। ਮੈਂ ਆਇਲਸ ਐਗਜ਼ਾਮੀਨੇਸ਼ਨ ਦੇ ਵਿੱਚ 7 ਬੈਂਡ ਸਕੋਰ ਅਚੀਵ ਕਰ ਸਕਦਾ ਸੀ ਬਟ ਮੈਂ ਕਰ ਨਹੀਂ ਸਕਿਆ। ਮੈਂ ਹੁਣ ਤੱਕ ਤੈਰਨਾ ਸਿੱਖ ਸਕਦਾ ਸੀ ਬਟ ਮੈਂ ਸਿੱਖ ਨਹੀਂ ਸਕਿਆ। ਅਜਿਹੇ ਸੈਂਟੈਂਸਿਸ ਨੂੰ ਇੰਗਲਿਸ਼ ਦੇ ਵਿੱਚ ਜਦੋਂ ਆਪਾਂ ਟਰਾਂਸਲੇਟ ਕਰਦੇ ਹਾਂ ਤਾਂ ਉਹਦਾ ਫਾਰਮੂਲਾ ਕੀ ਹੈ ਚੈੱਕ ਕਰਦੇ ਹਾਂ। ਸਭ ਤੋਂ ਪਹਿਲਾਂ ਸਬਜੈਕਟ ਆਉਂਦਾ, ਉਸ ਤੋਂ ਬਾਅਦ ਕੁਡ ਹੈਵ ਲਗਾਇਆ ਜਾਂਦਾ, ਵਰਬ ਦੀ ਥਰਡ ਫਾਰਮ ਯੂਜ਼ ਹੁੰਦੀ ਹੈ ਤੇ ਉਸ ਤੋਂ ਬਾਅਦ ਆਬਜੈਕਟ ਆਉਂਦਾ। ਪਾਸਟ ਪੋਸਿਬਿਲਿਟੀ ਦੇ ਵਿੱਚ ਕੁਡ ਹੈਵ ਨੂੰ ਚੰਗੇ ਤਰੀਕੇ ਨਾਲ ਸਮਝਣ ਦੇ ਲਈ ਕੁਡ ਹੈਵ ਔਰ ਕੁਡ ਦੇ ਵਿੱਚ ਡਿਫਰੈਂਸ ਨੂੰ ਸਮਝਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਔਰ ਇਹ ਡਿਫਰੈਂਸ ਆਪਾਂ ਦੋ ਸੈਂਟੈਂਸਸ ਦੇ ਥਰੂ ਚੰਗੇ ਤਰੀਕੇ ਨਾਲ ਸਮਝ ਸਕਦੇ ਹਾਂ। ਫਰਸਟ ਹੈ we could win the match, second we could have won the match। ਜ਼ਿਆਦਾਤਰ ਬੱਚੇ ਜਿਹੜਾ ਫਰਸਟ ਸੈਂਟੈਂਸ ਹੈ ਉਹਦੀ ਪੰਜਾਬੀ ਕਰਨਗੇ ਅਸੀਂ ਮੈਚ ਜਿੱਤ ਸਕਦੇ ਸੀ, ਬਟ ਮੈਂ ਉਰੇ ਦੱਸਣਾ ਚਾਹੂੰਗਾ ਕਿ ਫਰਸਟ ਸੈਂਟੈਂਸ ਦੇ ਵਿੱਚ ਕੁਡ ਦਾ ਮਤਲਬ ਸਕਦੇ ਸੀ ਨਹੀਂ ਹੈਗਾ। ਉਹਦਾ ਐਕਚੁਅਲ 'ਚ ਮਤਲਬ ਹੈ ਸਕੇ, ਮਤਲਬ ਕਿ ਅਸੀਂ ਮੈਚ ਜਿੱਤ ਸਕੇ। ਕੱਟ ਲੌਂਗ ਸਟੋਰੀ ਸ਼ਾਰਟ, ਅਸੀਂ ਪਾਸਟ ਦੇ ਵਿੱਚ ਕੋਈ ਮੈਚ ਜਿੱਤ ਲਿਆ ਸੀ। ਸੈਕਿੰਡ ਸੈਂਟੈਂਸ ਇਹਦਾ ਮਤਲਬ ਹੈ ਅਸੀਂ ਮੈਚ ਜਿੱਤ ਸਕਦੇ ਸੀ, ਅਸਲ 'ਚ ਮਤਲਬ ਕੀ ਹੈ ਮੈਚ ਹਾਰ ਗਏ। ਸੋ ਕੁਡ ਦਾ ਮਤਲਬ ਹੈ ਸਕੇ, ਕੁਡ ਹੈਵ ਦਾ ਮਤਲਬ ਹੈ ਸਕਦੇ ਸੀ। ਇਸ ਤੋਂ ਬਾਅਦ ਗੱਲ ਕਰਦੇ ਹਾਂ ਸ਼ੁੱਡ ਹੈਵ ਦੀ। ਸਿੰਪਲ ਇਟ ਇਜ਼, ਕੋਈ ਚੀਜ਼ ਪਾਸਟ ਦੇ ਵਿੱਚ ਹੋਣੀ ਚਾਹੀਦੀ ਸੀ ਬਟ ਉਹ ਹੋ ਨਹੀਂ ਸਕੀ ਤਾਂ ਉਰੇ ਆਪਾਂ ਸ਼ੁੱਡ ਹੈਵ ਦੀ ਵਰਤੋਂ ਕਰੂੰਗੇ। ਫਾਰਮੂਲਾ ਕਿਸ ਤਰੀਕੇ ਨਾਲ ਹੈ? ਸਬਜੈਕਟ ਸ਼ੁੱਡ ਹੈਵ, ਵਰਬ ਦੀ ਥਰਡ ਫਾਰਮ ਔਰ ਆਬਜੈਕਟ। ਐਗਜ਼ਾਮਪਲਸ ਇਸ ਤਰ੍ਹਾਂ ਨੇ। ਇਸ ਤੋਂ ਬਾਅਦ ਆਉਂਦਾ ਨੀਡਨਟ ਹੈਵ। ਇਹਦਾ ਮਤਲਬ ਹੈ ਕੋਈ ਚੀਜ਼ ਪਾਸਟ ਦੇ ਵਿੱਚ ਹੋ ਚੁੱਕੀ ਹੈ ਜਿਸ ਦੀ ਲੋੜ ਨਹੀਂ ਸੀ। ਐਗਜ਼ਾਮਪਲਸ ਦੇ ਨਾਲ ਤੁਸੀਂ ਜ਼ਿਆਦਾ ਅੱਛੇ ਤਰੀਕੇ ਨਾਲ ਇਸ ਨੂੰ ਗ੍ਰੈਬ ਕਰ ਸਕੋਗੇ। ਜਿਵੇਂ ਕਿ ਮੈਂ ਤੁਹਾਨੂੰ 250 ਵਰਡਸ ਦਾ ਐਸੇ ਲਿਖਣ ਦੇ ਲਈ ਦਿੱਤਾ ਤੇ ਤੁਸੀਂ 250 ਵਰਡਸ ਦੀ ਜਗ੍ਹਾ 2000 ਵਰਡਸ ਲਿਖਤੇ, ਤਾਂ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਬੱਚਾ ਇੰਨਾ ਲੈਂਥੀ ਐਸੇ ਲਿਖਣ ਦੀ ਲੋੜ ਨਹੀਂ ਸੀ। ਬਟ ਗੱਲ ਕੀ ਹੈ, ਆਪਨੇ ਤਾਂ ਲਿਖਤਾ ਨਾ ਬਟ ਉਹਦੀ ਲੋੜ ਨਹੀਂ ਸੀ। ਇੱਕ ਹੋਰ ਐਗਜ਼ਾਮਪਲ, ਆਪ ਦੇ ਬਰਥਡੇ ਦੇ ਉੱਤੇ ਆਪ ਜੀ ਦੇ ਕਿਸੇ ਰਿਸ਼ਤੇਦਾਰ ਨੇ, ਆਪ ਜੀ ਦੇ ਕਿਸੇ ਦੋਸਤ ਨੇ ਆਪ ਨੂੰ ਲੇਟੈਸਟ ਆਈਫੋਨ ਗਿਫਟ ਕਰਤਾ ਤੇ ਆਪ ਜੀ ਉਹਨਾਂ ਨੂੰ ਕਹਿ ਰਹੇ ਆ ਕਿ ਇੰਨਾ ਮਹਿੰਗਾ ਤੋਹਫਾ ਗਿਫਟ ਕਰਨ ਦੀ ਲੋੜ ਨਹੀਂ ਸੀ। ਬੇਸ਼ੱਕ ਤੇ ਆਪ ਦਿਲ ਤੋਂ ਬਹੁਤ ਜ਼ਿਆਦਾ ਖੁਸ਼ ਹੈ ਬਟ ਕਿਤੇ ਨਾ ਕਿਤੇ ਫਾਰਮੈਲਿਟੀ ਸੇ ਆਪ ਕਹਿ ਰਹੇ ਆ ਕਿ ਇੰਨਾ ਮਹਿੰਗਾ ਤੋਹਫਾ ਗਿਫਟ ਕਰਨ ਦੀ ਲੋੜ ਨਹੀਂ ਸੀ, ਬਟ ਗਿਫਟ ਹੋ ਚੁੱਕਿਆ, ਕੋਈ ਚੀਜ਼ ਹੋ ਚੁੱਕੀ ਹੈ, ਬੇਸ਼ੱਕ ਤੇ ਉਹਦੀ ਲੋੜ ਨਹੀਂ ਸੀ। ਫਾਰਮੂਲਾ ਕੀ ਹੈ? ਸਬਜੈਕਟ ਨੀਡਨਟ ਹੈਵ, ਵਰਬ ਦੀ ਥਰਡ ਫਾਰਮ ਔਰ ਆਬਜੈਕਟ। ਬਾਕੀ ਦੀਆਂ ਕੁਝ ਐਗਜ਼ਾਮਪਲਸ ਤੁਸੀਂ ਚੈੱਕ ਕਰ ਸਕਦੇ ਹੋ। ਸਮਟਾਈਮਸ ਕੁਝ ਬੱਚੇ ਨੀਡਨਟ ਹੈਵ ਔਰ ਸ਼ੁਡਨਟ ਹੈਵ ਦੇ ਵਿੱਚ ਕਨਫਿਊਜ਼ ਹੋ ਜਾਂਦੇ ਨੇ। ਨੀਡਨਟ ਹੈਵ ਔਰ ਸ਼ੁਡਨਟ ਹੈਵ ਦੇ ਵਿੱਚ ਬਹੁਤ ਹੀ ਮਾਈਨਰ ਜਿਹਾ ਫਰਕ ਹੈ। ਐਗਜ਼ਾਮਪਲ ਹੈ, ਰੱਬ ਨਾ ਕਰੇ ਕਿਸੇ ਬੱਚੇ ਦਾ ਇੱਕ ਬੜਾ ਮਾਮੂਲੀ ਜਿਹਾ ਐਕਸੀਡੈਂਟ ਹੋ ਗਿਆ ਤੇ ਉਹਦੇ ਕਿਸੇ ਦੋਸਤ ਨੇ ਉਹਦੀ ਮਾਤਾ ਜੀ ਨੂੰ ਕਾਲ ਕਰਕੇ ਕਿਹਾ ਕਿ ਤੁਹਾਡੇ ਬੱਚੇ ਦਾ ਐਕਸੀਡੈਂਟ ਹੋ ਗਿਆ ਤੇ ਜਿਹੜੇ ਬੱਚੇ ਨੇ ਕਾਲ ਕੀਤੀ ਸੀ ਉਹਨੂੰ ਉਹਦੇ ਦੋਸਤ ਕਹਿ ਰਹੇ ਨੇ ਕਿ ਤੈਨੂੰ ਉਸਦੀ ਮਾਤਾ ਨੂੰ ਕਾਲ ਕਰਨ ਦੀ ਲੋੜ ਨਹੀਂ ਸੀ, ਤਾਂ ਉਰੇ ਨੀਡਨਟ ਹੈਵ ਆਊਗਾ। ਔਰ ਜੇਕਰ ਇਹ ਕਿਹਾ ਜਾ ਰਿਹਾ ਹੈ ਉਸ ਬੱਚੇ ਨੂੰ ਕਿ ਤੈਨੂੰ ਉਸਦੀ ਮਾਤਾ ਜੀ ਨੂੰ ਕਾਲ ਕਰਨੀ ਨਹੀਂ ਚਾਹੀਦੀ ਸੀ ਤਾਂ ਸ਼ੁਡਨਟ ਹੈਵ ਆਊਗਾ। ਬਾਕੀ ਕੁਝ ਐਗਜ਼ਾਮਪਲ ਨੇ, ਤੁਸੀਂ ਚੈੱਕ ਕਰ ਸਕਦੇ ਹੋ। ਹੁਣ ਗੱਲ ਕਰਦੇ ਹਾਂ ਵੁੱਡ ਹੈਵ ਦੀ। ਵੁੱਡ ਹੈਵ ਕਿਤੇ ਨਾ ਕਿਤੇ ਕੁਡ ਹੈਵ, ਸ਼ੁੱਡ ਹੈਵ, ਨੀਡਨਟ ਹੈਵ ਆਦਿ ਤੋਂ ਥੋੜਾ ਡਿਫਰੈਂਟ ਹੈ। ਰੀਜ਼ਨ ਇਹ ਹੈ ਕਿ ਇਹਦੇ ਵਿੱਚ ਦੋ ਕਲੌਜ਼ਸ ਆਉਂਦੀਆਂ ਨੇ, ਇੱਕ ਇਫ ਕਲੌਜ਼ ਤੇ ਦੂਜੀ ਮੇਨ ਕਲੌਜ਼। ਇਫ ਕਲੌਜ਼ ਦੇ ਵਿੱਚ ਇੱਕ ਸ਼ਰਤ ਹੁੰਦੀ ਹੈ ਜਿਹਦਾ ਨਤੀਜਾ ਮੇਨ ਕਲੌਜ਼ ਦੇ ਵਿੱਚ ਨਿਕਲਦਾ ਆ। ਇਸੇ ਕਰਕੇ ਆਪਾਂ ਵੁੱਡ ਹੈਵ ਵਾਲੇ ਸੈਂਟੈਂਸਸ ਨੂੰ ਥਰਡ ਕੰਡੀਸ਼ਨਲ ਸੈਂਟੈਂਸਸ ਦਾ ਨਾਮ ਵੀ ਦਿੰਦੇ ਹਾਂ। ਵੁੱਡ ਹੈਵ ਨੂੰ ਕਿਹੜੇ ਸਿਚੁਏਸ਼ਨਸ ਦੇ ਵਿੱਚ ਯੂਜ਼ ਕੀਤਾ ਜਾਂਦਾ ਆ?
ਸਿਚੁਏਸ਼ਨ ਇਸ ਤਰ੍ਹਾਂ ਹੈ ਕਿ ਜੇਕਰ ਪਾਸਟ ਦੇ ਵਿੱਚ ਕੋਈ ਚੀਜ਼ ਹੋ ਜਾਂਦੀ ਜਾਂ ਨਾ ਹੁੰਦੀ ਤਾਂ ਉਹਦੇ ਕਰਕੇ ਅੱਜ ਜੋ ਮੇਰਾ ਪ੍ਰੈਜ਼ੈਂਟ ਹੈ ਉਹ ਡਿਫਰੈਂਟ ਹੋਣਾ ਸੀ। ਐਗਜ਼ਾਮਪਲਸ ਨੇ, ਜੇਕਰ ਮੈਂ ਮਿਹਨਤ ਕਰਦਾ ਤਾਂ ਮੇਰੇ 7 ਬੈਂਡ ਆ ਜਾਣੇ ਸੀ। ਜੇਕਰ ਮੈਂ 7 ਬੈਂਡ ਲੈ ਲੈਂਦਾ ਤਾਂ ਮੈਂ ਕੈਨੇਡਾ ਚਲਾ ਜਾਣਾ ਸੀ। ਐਜ਼ ਯੂਜੂਅਲ ਇੱਕ ਕ੍ਰਿਕਟ ਦੀ ਐਗਜ਼ਾਮਪਲ ਹੈ। ਜੇਕਰ ਅਸੀਂ ਟੌਸ ਨਾ ਹਾਰੇ ਹੁੰਦੇ ਤਾਂ ਅਸੀਂ ਮੈਚ ਜਿੱਤ ਜਾਂਦੇ। ਇਹਨਾਂ ਤਿੰਨ ਦੇ ਤਿੰਨ ਸੈਂਟੈਂਸਸ ਦੇ ਵਿੱਚ ਜੇਕਰ ਕੁਝ ਹੋ ਜਾਂਦਾ ਜਾਂ ਨਾ ਹੁੰਦਾ ਉਹਦੇ ਕਰਕੇ ਮੇਰਾ ਅੱਜ ਦਾ ਪ੍ਰੈਜ਼ੈਂਟ ਡਿਫਰੈਂਟ ਹੁੰਦਾ। ਇਸ ਤੋਂ ਬਾਅਦ ਮਸਟ ਹੈਵ ਆਉਂਦਾ, ਜਿਹਦਾ ਪ੍ਰਯੋਗ ਪਾਸਟ ਪੋਸੀਬਿਲਿਟੀ ਦੇ ਵਿੱਚ ਉਦੋਂ ਕੀਤਾ ਜਾਂਦਾ ਜਦੋਂ ਆਪਾਂ ਨੂੰ ਪਤਾ ਹੈ ਕਿ ਕੋਈ ਚੀਜ਼ ਪਾਸਟ ਦੇ ਵਿੱਚ ਪੱਕੇ ਤੌਰ ਤੇ ਹੋ ਚੁੱਕੀ ਹੈ ਔਰ ਸਾਡਾ ਇਹ ਵਿਸ਼ਵਾਸ ਸਾਡੀ ਨੌਲੇਜ, ਇਨਫੋਰਮੇਸ਼ਨ ਜਾਂ ਕਿਸੇ ਹੋਰ ਐਵੀਡੈਂਸ ਦੇ ਉੱਤੇ ਬੇਸਡ ਹੈ। ਐਗਜ਼ਾਮਪਲ ਹੈ, ਮੇਰੇ ਪਿੰਡ ਦੇ ਵਿੱਚ ਵੋਟਾਂ ਸੀ ਔਰ ਸ਼ਾਮ ਨੂੰ ਮੈਂ ਕੁਝ ਲੋਕਾਂ ਨੂੰ ਢੋਲ ਦੇ ਉੱਤੇ ਨੱਚਦੇ ਗਾਉਂਦੇ ਦੇਖਿਆ। ਉਸੇ ਟਾਈਮ ਮੈਂ ਕਿਹਾ ਕਿ ਇਹ ਲੋਕ ਪੱਕਾ ਵੋਟਾਂ ਜਿੱਤ ਚੁੱਕੇ ਹੋਣਗੇ। ਫਾਰਮੂਲਾ ਇਸ ਤਰੀਕੇ ਨਾਲ ਹੈ, ਸਭ ਤੋਂ ਪਹਿਲਾਂ ਸਬਜੈਕਟ ਆਉਂਦਾ, ਫਿਰ ਮਸਟ ਹੈਵ ਆਉਂਦਾ, ਵਰਬ ਦੀ ਥਰਡ ਫਾਰਮ ਲੱਗਦੀ ਹੈ, ਉਸ ਤੋਂ ਬਾਅਦ ਆਬਜੈਕਟ ਆਉਂਦਾ। ਕੁਝ ਹੋਰ ਐਗਜ਼ਾਮਪਲਸ ਤੁਸੀਂ ਚੈੱਕ ਕਰ ਸਕਦੇ ਹੋ। ਇਸ ਤੋਂ ਬਾਅਦ ਆਉਂਦਾ ਮੇ ਹੈਵ ਤੇ ਮਾਈਟ ਹੈਵ। ਮੇ ਹੈਵ ਤੇ ਮਾਈਟ ਹੈਵ ਦਾ ਪ੍ਰਯੋਗ ਉੱਥੇ ਕੀਤਾ ਜਾਂਦਾ ਹੈ ਜਿੱਥੇ ਪਾਸਟ ਦੇ ਵਿੱਚ ਅਸੀਂ ਕਿਸੇ ਚੀਜ਼ ਦੇ ਹੋਣ ਬਾਰੇ ਅੰਦਾਜ਼ਾ ਲਗਾ ਰਹੇ ਹਾਂ ਬਟ ਅਸੀਂ ਉਸ ਦੇ ਬਾਰੇ ਪੱਕੇ ਤੌਰ ਤੇ ਕੁਝ ਕਹਿ ਨਹੀਂ ਸਕਦੇ। ਐਗਜ਼ਾਮਪਲਸ ਨੇ, ਉਹ ਸ਼ਾਇਦ ਹੁਣ ਤੱਕ 에ਅਰਪੋਰਟ ਪਹੁੰਚ ਗਿਆ ਹੋਵੇ, ਉਹ ਸ਼ਾਇਦ ਪੁਲਿਸ ਸਟੇਸ਼ਨ ਗਿਆ ਹੋਵੇ। ਇਹਨਾਂ ਦੋਨੋਂ ਸੈਂਟੈਂਸਸ ਦੇ ਵਿੱਚ ਆਪਾਂ ਅੰਦਾਜ਼ਾ ਲਗਾ ਰਹੇ ਹਾਂ ਬਟ ਆਪਾਂ ਸ਼ੋਰ ਨਹੀਂ ਹੈਗੇ। ਫਾਰਮੂਲਾ ਇਸ ਤਰੀਕੇ ਨਾਲ, ਸਬਜੈਕਟ, ਮੇ ਹੈਵ ਜਾਂ ਮਾਈਟ ਹੈਵ, ਵਰਬ ਦੀ ਥਰਡ ਫਾਰਮ ਤੇ ਆਬਜੈਕਟ। ਹੁਣ ਕੁਐਸਚਨ ਇਹ ਅਰਾਈਜ਼ ਹੁੰਦਾ ਹੈ ਕਿ ਮਾਈਟ ਹੈਵ ਦਾ ਪ੍ਰਯੋਗ ਕਿੱਥੇ ਕੀਤਾ ਜਾਵੇ ਤੇ ਮੇ ਹੈਵ ਦਾ ਪ੍ਰਯੋਗ ਕਿੱਥੇ ਕੀਤਾ ਜਾਵੇ। ਦੋਨਾਂ ਨੂੰ ਇੱਕ ਦੂਜੇ ਦੀ ਜਗ੍ਹਾ ਵਰਤਿਆ ਜਾ ਸਕਦਾ, ਪਰ ਜਿੱਥੇ ਕਿਸੇ ਚੀਜ਼ ਦੀ ਹੋਣ ਦੀ ਸੰਭਾਵਨਾ ਜਾਂ ਗੁੰਜਾਇਸ਼ ਕਾਫੀ ਘੱਟ ਹੋਵੇ ਉੱਥੇ ਮਾਈਟ ਹੈਵ ਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਤੇ ਜਿੱਥੇ ਕਿਸੇ ਚੀਜ਼ ਦੇ ਹੋਣ ਦੀ ਸੰਭਾਵਨਾ ਜਾਂ ਗੁੰਜਾਇਸ਼ ਜ਼ਿਆਦਾ ਹੋਵੇ ਉੱਥੇ ਮੇ ਹੈਵ ਨੂੰ ਵਰਤਿਆ ਜਾਣਾ ਚਾਹੀਦਾ। ਪਰ ਦੋਨੋਂ ਜਗ੍ਹਾ ਇਹ ਚੀਜ਼ ਦਾ ਧਿਆਨ ਰੱਖਿਆ ਜਾਵੇ ਕਿ ਆਪਾਂ ਪਾਸ ਦੇ ਵਿੱਚ ਕਿਸੇ ਚੀਜ਼ ਦੇ ਬਾਰੇ ਅੰਦਾਜ਼ਾ ਲਗਾ ਰਹੇ ਹਾਂ, ਆਪਾਂ ਉਸ ਚੀਜ਼ ਦੇ ਹੋਣ ਬਾਰੇ ਸ਼ੋਰ ਨਹੀਂ ਹੈਗੇ। ਇਸ ਵੀਡੀਓ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ, ਇੱਕ ਪਾਰਟ ਜੋ ਹੁਣ ਤੱਕ ਆਪਾਂ ਦੇਖ ਚੁੱਕੇ ਹਾਂ ਤੇ ਇੱਕ ਪਾਰਟ ਜੋ ਹਜੇ ਬਾਕੀ ਹੈ। ਹੁਣ ਤੱਕ ਪਾਸਟ ਪੋਸੀਬਿਲਿਟੀ ਦੇ ਸਾਰੇ ਬੇਸਿਕ ਰੂਲਸ ਆਪਾਂ ਕਵਰ ਕਰ ਚੁੱਕੇ ਹਾਂ ਬਟ ਹਜੇ ਵੀ ਕੁਝ ਰੂਲਸ ਸਮਝਣੇ ਬਾਕੀ ਨੇ। ਜੇਕਰ ਆਪ ਜੀ ਇੱਕ ਬਿਗਨਰ ਹੋ, ਮਤਲਬ ਕਿ ਹਜੇ ਤੱਕ ਆਪ ਨੂੰ ਪਾਸਟ ਪੋਸੀਬਿਲਿਟੀ ਦੇ ਬਾਰੇ ਕੁਝ ਨਹੀਂ ਸੀ ਪਤਾ, ਤਾਂ ਮੈਂ ਰਿਕੁਐਸਟ ਕਰਨਾ ਚਾਹੂੰਗਾ ਕਿ ਆਪ ਨੂੰ ਇਹ ਵੀਡੀਓ ਅੱਗੇ ਨਹੀਂ ਦੇਖਣਾ ਚਾਹੀਦਾ ਕਿਉਂਕਿ ਕਿਤੇ ਨਾ ਕਿਤੇ ਤੁਸੀਂ ਕਨਫਿਊਜ਼ ਹੋ ਸਕਦੇ ਹੋ। ਬਟ ਜੇਕਰ ਤੁਸੀਂ ਪਾਸਟ ਪੋਸੀਬਿਲਿਟੀ ਦੇ ਵਿੱਚ ਇੱਕ ਐਕਸਪਰਟ ਬਣਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਅੱਗੇ ਬੜੇ ਧਿਆਨ ਨਾਲ ਦੇਖਣ ਦੀ ਲੋੜ ਹੈ। ਇਸ ਤੋਂ ਬਾਅਦ ਆਉਂਦਾ ਕੁਡਨਟ ਹੈਵ, ਜਿਸ ਦਾ ਪ੍ਰਯੋਗ ਕੁਡ ਹੈਵ ਦੇ ਪ੍ਰਯੋਗ ਤੋਂ ਥੋੜ੍ਹਾ ਜਿਹਾ ਡਿਫਰੈਂਟ ਹੈ, ਜਿਸ ਨੂੰ ਪਾਸਟ ਪੋਸੀਬਿਲਿਟੀ ਦੇ ਵਿੱਚ ਉੱਥੇ ਯੂਜ਼ ਕੀਤਾ ਜਾਂਦਾ ਹੈ ਜਿੱਥੇ ਕਿ ਪਾਸਟ ਦੇ ਵਿੱਚ ਕੋਈ ਚੀਜ਼ ਦਾ ਹੋਣਾ ਪੋਸੀਬਲ ਨਹੀਂ ਸੀ ਭਾਵੇਂ ਕੋਈ ਉਸ ਨੂੰ ਕਰਨਾ ਚਾਹੁੰਦਾ ਸੀ। ਐਗਜ਼ਾਮਪਲ ਹੈ, ਚੋਰ ਉਸ ਖਿੜਕੀ ਰਾਹੀਂ ਨਹੀਂ ਭੱਜ ਸਕਦਾ ਸੀ ਕਿਉਂਕਿ ਉਹ ਖਿੜਕੀ ਬਹੁਤ ਹੀ ਜ਼ਿਆਦਾ ਛੋਟੀ ਸੀ। ਸੈਕੰਡ ਐਗਜ਼ਾਮਪਲ ਹੈ, ਤੁਸੀਂ ਮੇਰੇ ਦਾਦੀ ਜੀ ਨੂੰ ਨਹੀਂ ਮਿਲ ਸਕਦੇ ਸੀ ਕਿਉਂਕਿ ਆਪ ਦੇ ਜਨਮ ਤੋਂ ਪਹਿਲਾਂ ਹੀ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਫਾਰਮੂਲਾ ਇਸ ਤਰੀਕੇ ਨਾਲ ਹੈ, ਸਬਜੈਕਟ, ਕੁਡਨਟ ਹੈਵ, ਵਰਬ ਦੀ ਥਰਡ ਫਾਰਮ ਤੇ ਆਬਜੈਕਟ। ਕੁਝ ਹੋਰ ਐਗਜ਼ਾਮਪਲਸ ਚੈੱਕ ਕਰਦੇ ਹਾਂ। ਰੋਹਨ ਕੁਡਨਟ ਹੈਵ ਹਿੱਟ 50 ਰਨਸ ਇਨ 1 ਓਵਰ। ਰੋਹਨ ਇੱਕ ਓਵਰ ਦੇ ਵਿੱਚ 50 ਰਨ ਨਹੀਂ ਮਾਰ ਸਕਦਾ ਸੀ। ਆਪਾਂ ਸਭ ਨੂੰ ਪਤਾ ਹੀ ਹੈ ਜੀ ਕਿ ਇੱਕ ਇੰਪੋਸੀਬਲ ਚੀਜ਼ ਹੈ। ਹੀ ਕੁਡਨਟ ਹੈਵ ਸੰਗ ਐਨੀ ਸੌਂਗ, ਹੀ ਇਜ਼ ਡਮ। ਉਹ ਕੋਈ ਵੀ ਗਾਣਾ ਨਹੀਂ ਗਾ ਸਕਦਾ ਸੀ, ਉਹ ਗੂੰਗਾ। She couldn't have participated in 100 meter race. She got her ankle twisted. ਉਹ 100 ਮੀਟਰ ਦੀ ਰੇਸ ਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਸਕਦੀ ਸੀ, ਉਸ ਦੇ ਗਿੱਟੇ ਨੂੰ ਮੋਚ ਆਈ ਹੋਈ ਸੀ। ਇਹਨਾਂ ਤਿੰਨ ਦੇ ਤਿੰਨ ਸੈਂਟੈਂਸਸ ਦੇ ਵਿੱਚ ਸਮਥਿੰਗ ਵਾਜ਼ ਨਾਟ ਪੋਸੀਬਲ ਟੂ ਹੈਪਨ, ਚਾਹੇ ਉਸ ਨੂੰ ਕੋਈ ਨਾ ਕੋਈ ਕਰਨਾ ਚਾਹੁੰਦਾ ਵੀ ਸੀ। ਲਾਸਟ ਦੇ ਵਿੱਚ ਆਉਂਦਾ ਵੁਡਨਟ ਹੈਵ। ਹੁਣ ਤੱਕ ਆਪਾਂ ਵੁਡ ਹੈਵ ਦੇ ਬਾਰੇ ਤਾਂ ਜਾਣਕਾਰੀ ਲੈ ਚੁੱਕੇ ਹਾਂ ਬਟ ਵੁਡਨਟ ਹੈਵ ਦੇ ਬਾਰੇ ਵੀ ਕੁਝ ਹੋਰ ਜਾਣਨਾ ਜ਼ਰੂਰੀ ਹੈ, ਜਿਵੇਂ ਕਿ
ਮੇਨ ਕਲੌਜ਼ ਦੇ ਵਿੱਚ ਵੁੱਡ ਹੈਵ ਦੀ ਜਗ੍ਹਾ ਵੁਡਨਟ ਹੈਵ ਦਾ ਯੂਜ਼ ਵੀ ਕੀਤਾ ਜਾ ਸਕਦਾ ਹੈ, ਮਤਲਬ ਨੈਗੇਟਿਵ ਸੈਂਟੈਂਸ ਦੇ ਤੌਰ ਤੇ ਯੂਜ਼ ਕੀਤਾ ਜਾ ਸਕਦਾ ਹੈ। ਐਗਜ਼ਾਮਪਲਸ ਇਸ ਤਰ੍ਹਾਂ ਨੇ ਕਿ ਆਪਾਂ 에ਅਰਪੋਰਟ ਲੇਟ ਪਹੁੰਚਦੇ ਹਾਂ ਤੇ ਆਪਣੀ ਫਲਾਈਟ ਮਿਸ ਹੋ ਜਾਂਦੀ ਹੈ, ਤੇ ਮੈਂ ਆਪਣੇ ਦੋਸਤ ਨੂੰ ਕਹਿ ਰਿਹਾ ਕਿ ਜੇਕਰ ਆਪਾਂ 에ਅਰਪੋਰਟ ਪਹਿਲਾਂ ਪਹੁੰਚੇ ਹੁੰਦੇ ਤਾਂ ਆਪਣੀ ਫਲਾਈਟ ਮਿਸ ਨਾ ਹੁੰਦੀ। ਦੂਜੀ ਐਗਜ਼ਾਮਪਲ ਹੈ, ਮੈਂ ਆਪਣਾ ਟਾਈਮ ਕਿਸੇ ਬਹੁਤ ਹੀ ਬਕਵਾਸ ਮੂਵੀ ਦੇ ਉੱਤੇ ਵੇਸਟ ਕੀਤਾ ਤੇ ਆਪਣੇ ਦੋਸਤ ਨਾਲ ਉਹਨੂੰ ਸ਼ੇਅਰ ਕੀਤਾ, ਤੇ ਮੇਰੇ ਦੋਸਤ ਨੇ ਦੱਸਿਆ ਕਿ ਮੂਵੀ ਵਾਕਈ ਬਹੁਤ ਬਕਵਾਸ ਹੈ, ਤੇ ਮੈਂ ਆਪਣੇ ਦੋਸਤ ਨੂੰ ਕਹਿ ਰਿਹਾ ਕਿ ਜੇਕਰ ਤੈਂ ਮੂਵੀ ਬਾਰੇ ਮੈਨੂੰ ਪਹਿਲਾਂ ਹੀ ਦੱਸਿਆ ਹੁੰਦਾ ਤਾਂ ਮੈਂ ਆਪਣਾ ਟਾਈਮ ਖਰਾਬ ਨਾ ਕਰਦਾ ਇਸ ਮੂਵੀ ਦੇ ਉੱਤੇ। ਇਸ ਤੋਂ ਬਾਅਦ ਮੈਂ ਦੱਸਣਾ ਚਾਹੂੰਗਾ ਕਿ ਇਫ ਕਲੌਜ਼ ਅਤੇ ਮੇਨ ਕਲੌਜ਼ ਦੋਨਾਂ ਦੇ ਵਿੱਚ ਆਪਾਂ ਨੈਗੇਟਿਵ ਸੈਂਟੈਂਸਿਸ ਨੂੰ ਯੂਜ਼ ਕਰ ਸਕਦੇ ਹਾਂ। ਮਤਲਬ ਹੈਡ ਨਾਟ ਇਫ ਕਲੌਜ਼ ਦੇ ਵਿੱਚ ਆ ਸਕਦਾ ਆ ਔਰ ਵੁਡਨਟ ਮੇਨ ਕਲੌਜ਼ ਦੇ ਵਿੱਚ ਆ ਸਕਦਾ ਆ। ਐਗਜ਼ਾਮਪਲ ਹੈ ਕਿ ਜੇਕਰ ਮੈਨੂੰ ਇੱਕ ਚੰਗਾ ਸੈਲਰੀ ਪੈਕੇਜ ਨਾ ਮਿਲਦਾ ਤਾਂ ਮੈਂ ਇਹ ਜੌਬ ਨਾ ਕਰਦਾ। ਸੈਕੰਡ ਐਗਜ਼ਾਮਪਲ ਹੈ ਕਿ ਜੇਕਰ ਅੱਜ ਤੁਸੀਂ ਮੇਰੇ ਘਰ ਨਾ ਆਉਂਦੇ ਤਾਂ ਮੈਂ ਕੇਕ ਨਹੀਂ ਬਣਾਉਣਾ ਸੀ। ਦੋਨੋਂ ਕਲੌਜ਼ਸ ਦੇ ਵਿੱਚ ਨੈਗੇਟਿਵ ਸੈਂਟੈਂਸਸ ਯੂਜ਼ ਕੀਤੇ ਗਏ ਨੇ।